ਤੁਸੀਂ ਇਸ ਜਦੋਂ ਇਹ ਫੈਸਲਾ ਲਿਆ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਤੁਹਾਡੇ ਦੋਸਤ ਰਿਸ਼ਤੇਦਾਰਾਂ ਦੇ ਨਾਲ ਫੈਸਲਾ ਕੀਤਾ ਕਿ ਤੁਸੀਂ ਭਾਵਨਾ ਦੇ ਵਹਿਣ ਵਿੱਚ ਆ ਕੇ ਇੱਕ ਲਖਤ ਫੈਸਲਾ ਕਰ ਲਿਆ ਵੀ ਨਹੀਂ ਮੈਂ ਇਹ ਅਹੁਦੇ ਦਾ ਤਿਆਗ ਦੇਣਾ? ਕਿ ਸਾਡੀ ਸਾਰੀ ਫੈਮਿਲੀ ਹੀ ਕਿਸਾਨੀ ਨਾਲ ਜੁੜੀ ਹੋਈ ਹੈ ਤੇ ਇਹ ਸਾਡਾ ਪਿਤਾ ਪੁਰਖੀ ਕਿੱਤਾ ਹੈ ਤੇ ਸਾਰਿਆਂ ਨੇ ਇਸ ਤੇ ਨਾ ਸਿਰਫ ਯੈਸ ਕੀਤੀ ਬਲਕਿ ਖੁਸ਼ੀ ਜ਼ਾਹਰ ਕੀਤੀ ਵੀ ਅਸੀਂ ਇਸ ਤੋਂ ਜੋ ਤੁਸੀਂ ਫੈਸਲਾ ਕਰਨਾ ਚਾਹੁੰਦੇ ਹੋ ਅਸੀਂ ਉਸ ਨਾਲ ਸਹਿਮਤ ਹਾਂ ਤੇ ਖੁਸ਼ ਹਾਂ। ਕਿਸੇ ਵੀ ਤਰ੍ਹਾਂ ਦਾ ਰੋਸ਼ ਸਰਕਾਰਾਂ ਦੀਆਂ ਪਾਲਿਸੀਆਂ ਭਾਵੇਂ ਉਹ ਸਾਡੀ ਯੂਨੀਅਨ ਗਵਰਨਮੈਂਟ ਹੈ ਜਾਂ ਸਾਡੀ ਸਟੇਟ ਗਵਰਨਮੈਂਟ ਹੈ ਉਹਦੇ ਅਸੀਂ ਸਰਕਾਰੀ ਅਹੁਦੇ ਤੇ ਹੋਏ ਰਹਿੰਦੇ ਹੋਏ ਕਿਸੇ ਵੀ ਪਾਲਿਸੀ ਦਾ ਜਾਂ ਕਿਸੇ ਵੀ ਪਲੈਨਿੰਗ ਦਾ ਅਸੀਂ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਸ਼ ਪ੍ਰਗਟ ਕਰਨ ਦਾ ਸਾਡੇ ਜਿਹੜਾ ਜਾਬਤਾ ਹੈ ਜਿਹੜਾ ਸਾਡਾ ਡਿਸਪਲਿਨ ਹੈ ਜੋ ਸਾਨੂੰ ਗਵਰਨ ਕਰਦਾ ਹੈ ਉਸ ਦੇ ਵਿੱਚ ਇਸ ਦੀ ਆਗਿਆ ਨਹੀਂ ਹੈ। ਤੇ ਜੇ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਤਾਂ ਪਹਿਲਾਂ ਮੈਨੂੰ ਆਪਦੀ ਨੌਕਰੀ ਦਾ ਫੈਸਲਾ ਕਰਨਾ ਹੀ ਪੈਣਾ ਸੀ। ਤੁਸੀਂ ਜਦੋਂ ਤੁਹਾਨੂੰ ਅਸਤੀਫਾ ਤੁਸੀਂ ਦੇ ਦਿੱਤਾ ਰਿਟਰਨ ਦੇ ਵਿੱਚ ਤੁਸੀਂ ਆਪਣਾ ਭੇਜ ਚੁੱਕੇ ਹੋ ਸਾਰਾ ਕੁਝ ਪੇਪਰ ਵਰਕ ਕਰ ਚੁੱਕੇ ਹੋ? ਹਾਂਜੀ ਮੈਂ 12 ਤਰੀਕ ਨੂੰ ਭੇਜ ਦਿੱਤਾ ਸੀ ਔਰ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ 12 ਤਰੀਕ ਨੂੰ ਮੈਨੂੰ ਫਾਰਗ ਸਮਝਿਆ ਜਾਵੇ ਤੇ ਮੈਂ ਤਾਂ ਉਹਨਾਂ ਦੀ ਜੋ ਮਿਹਨਤ ਮੈਂ ਉਹਨਾਂ ਨੂੰ ਕਰਦੇ ਦੇਖਦਾ ਸੀ ਬਤੌਰ ਛੋਟਾ ਬੱਚਾ ਉਹ ਅੱਛਾ। ਫਿਰ ਜਦੋਂ ਮੈਂ ਆਰਮੀ ਵਿੱਚ ਸੀ ਤਾਂ ਜਦੋਂ ਉਹਨਾਂ ਦੀ ਡੈਥ ਹੋਈ ਆਰਮੀ ਵਿੱਚ ਹੋਣ ਕਾਰਨ ਮੈਨੂੰ ਉਹਨਾਂ ਦੀ ਅੰਤਮ ਰਸਮ ਕਹਿ ਲਓ ਵਿੱਚ ਪਹੁੰਚਿਆ ਵੀ ਨਹੀਂ ਸੀ ਗਿਆ। ਮੇਰੇ ਪਹੁੰਚਣ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ ਹੋ ਗਿਆ ਸੀ। ਇਹ ਚੀਜ਼ ਮੇਰੇ ਸਦਾ ਦਿਲ ਤੇ ਪਈ ਹੈ, ਅੱਜ ਵੀ ਪਈ ਹੈ ਤੇ ਮੈਂ ਸਮਝਦਾ ਹਾਂ ਕਿ ਜੋ ਮੇਰੇ ਬਾਪ ਨੇ ਮਿਹਨਤ ਕੀਤੀ ਸੀ ਉਸ ਨੂੰ ਮੈਂ ਸਮਝ ਲਓ ਮਤਲਬ ਤੁਸੀਂ ਇਹ ਸਮਝੋ ਵੀ ਮੈਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦਾ ਰਿਹਾ ਤੇ ਹੁਣ ਟਾਈਮ ਹੈ ਕਿ ਉਹਨਾਂ ਵਰਗੇ ਬਜ਼ੁਰਗ ਜੋ ਉੱਥੇ ਬੈਠੇ ਹਨ ਜਿਨ੍ਹਾਂ ਨੂੰ ਮੈਂ ਕਿਸਾਨਾਂ ਦਾ ਨਵੀਂ ਪੀੜ੍ਹੀ ਦਾ ਪਿਤਾ ਸਮਝਦਾ ਹਾਂ ਤੇ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਇਨਸਾਨ ਆ ਬਸ ਕਰਤਾ ਤਾਂ ਕਰਤਾ। ਜਿਵੇਂ ਆਪਾਂ ਕੋਈ ਘਰ ਦੇ ਵਿੱਚ ਜਾਨਵਰ ਪਸ਼ੂ ਪਾਲ ਲਈਏ ਨਾ ਆਮ ਲੋਕੀ ਕਹਿੰਦੇ ਆ ਵੀ ਉਹ ਸਾਡੀ ਬੋਲੀ ਸਮਝਣ ਲੱਗ ਜਾਂਦਾ ਹੈ। ਇਹ ਲੀਡਰ ਅਸੀਂ ਬਣਾਏ ਆ ਤੇ ਇਹ ਸਾਡੇ ਲੀਡਰ ਜਿਹੜੇ ਇਸ ਸਮੇਂ ਸਾਡੇ ਤੇ ਹੁਕਮਰਾਨ ਨੇ ਇਹ ਸਾਡੀ ਬੋਲੀ ਜਿਹੜੇ 80 ਸਾਲ ਦੇ ਬਜ਼ੁਰਗ ਉੱਥੇ ਬੈਠੇ ਆ ਨੌਜਵਾਨ ਭਰਾ ਬੈਠੇ ਆ ਸਾਡੇ ਆਪਣੇ ਕੰਮਾਂ ਕਾਰਾਂ ਤੋਂ ਸੰਕੋਚ ਕਰਕੇ ਉੱਥੇ ਬੈਠੇ ਸਾਡੀ ਬੋਲੀ ਨੂੰ ਇਹ ਲੋਕ ਸਮਝ ਕਿਉਂ ਨਹੀਂ ਰਹੇ? ਤੇ ਜੇ ਉਹ ਪ੍ਰਮਾਤਮਾ ਸੁਮਤ ਬਖਸ਼ੇ ਉਹਨਾਂ ਨੂੰ ਤੇ ਉਹ ਫੈਸਲਾ ਕਰਨ ਤਾਂ ਅਗਲੇ ਦਿਨ ਇਹ ਸਾਰੇ ਕਿਸਾਨ ਭੰਗੜੇ ਪਾਉਂਦੇ ਹੋਏ ਖੁਸ਼ੀਆਂ ਮਨਾਉਂਦੇ ਹੋਏ ਆਪਦੇ ਪ੍ਰਾਂਤਾਂ ਨੂੰ ਪੰਜਾਬ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਉੱਥੇ ਵਹੀਰਾਂ ਘੱਤਣਗੇ ਵੀ ਅਸੀਂ ਇਹ ਆਪਦੇ ਬੱਚਿਆਂ ਦਾ ਤੇ ਆਪਦੇ ਅਗਲੀਆਂ ਪੀੜ੍ਹੀਆਂ ਦਾ ਜਿਹੜਾ ਹੱਕ ਹਕੂਕ ਹੈ ਉਸ ਨੂੰ ਬਚਾ ਕੇ ਵਾਪਸ ਆ ਰਹੇ ਹਾਂ। ਇੱਧਰ ਪਹਿਲਾਂ ਆਰਮੀ 'ਚ ਨੌਕਰੀ ਮਿਲੀ ਫਿਰ ਮੈਨੂੰ ਇੱਧਰ ਪੁਲਿਸ 'ਚ ਨੌਕਰੀ ਮਿਲੀ। ਇਹ ਦੁਨਿਆਵੀ ਅਹੁਦੇ ਹੈ ਪਰ ਜੋ ਮੈਂ ਜਨਮ ਲੈ ਕੇ ਆਇਆ ਉਹ ਇੱਕ ਕਿਸਾਨ ਸੀ ਔਰ ਜਿਸ ਦਿਨ ਮੈਂ ਦੁਨੀਆ ਤੋਂ ਜਾਊਂਗਾ ਉਸ ਦਿਨ ਵੀ ਕਿਸਾਨ ਹੀ ਹੋਊਂਗਾ। ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਕਿਸਾਨੀ ਅੰਦੋਲਨ ਜੋ ਕਿ ਇਸ ਵੇਲੇ ਸਿਖਰਾਂ ਤੇ ਹੈ ਬਹੁਤ ਹੀ ਉੱਚ ਅਹੁਦਿਆਂ ਦੇ ਬੈਠੇ ਆਫੀਸਰ ਸਾਹਿਬਾਨ ਗਾਇਕਾਂ ਵੱਲੋਂ ਜਾਂ ਚੰਗੇ ਸਮਾਜ ਸੇਵੀਆਂ ਵੱਲੋਂ ਇਸ ਅਹੁਦੇ ਦੇ ਇਸ ਜਿਹੜਾ ਕਿਸਾਨੀ ਅੰਦੋਲਨ ਹੈ ਇਸ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਜਿੱਥੇ ਇਸ ਅੰਦੋਲਨ ਦੇ ਵਾਸਤੇ ਕਈ ਮੀਡੀਆ ਦੇ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ ਉਸ ਵੱਲੋਂ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਕਦੇ ਇਸ ਨੂੰ ਖਾਲਿਸਤਾਨੀਆਂ ਦਾ ਕਦੇ ਨਕਸਲਵਾਦੀਆਂ ਦਾ ਇਸ ਈਵਨ ਕਿ ਕਈ ਇਸ ਨੂੰ ਕਹਿੰਦੇ ਵੀ ਇੱਥੇ ਇਸ ਅੰਦੋਲਨ ਵਿੱਚ ਤਾਂ ਬਹੁਤ ਪੜ੍ਹੇ ਲਿਖੇ ਵੀ ਆ ਪੀਜੇ ਦੇ ਲੰਗਰ ਲੱਗਦੇ ਇਹਨੂੰ ਨੈਗੇਟਿਵ ਵੀ ਕੀਤਾ ਜਾਂਦਾ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ ਪਰ ਉੱਥੇ ਹੀ ਬਹੁਤ ਉੱਚ ਅਹੁਦਿਆਂ ਦੇ ਬੈਠੇ ਅਫਸਰ ਸਾਹਿਬਾਨ ਵੱਲੋਂ ਜਾਂ ਫਿਰ ਸਮਾਜ ਸੇਵੀਆਂ ਵੱਲੋਂ ਆਪਣੇ ਅਹੁਦਿਆਂ ਦਾ ਤਿਆਗ ਤੇ ਨਾਲ ਹੀ ਆਪਣੇ ਜੋ ਉਹਨਾਂ ਨੂੰ ਸਨਮਾਨ ਮਿਲੇ ਹੈ ਉਹਨਾਂ ਦਾ ਤਿਆਗ ਵੀ ਕੀਤਾ ਜਾ ਰਿਹਾ ਹੈ। ਅੱਜ ਅਸੀਂ ਪੰਜਾਬ ਜੇਲ੍ਹ ਮਹਿਕਮੇ ਦੇ ਵਿੱਚ ਉੱਚ ਅਹੁਦੇ ਤੇ ਰਹੇ
DIG ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਜਾਖੜ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜਾਖੜ ਸਾਹਿਬ, ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਆਪ ਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣਾ। ਹਾਂਜੀ ਹਾਂਜੀ ਜਾਖੜ ਸਾਹਿਬ, ਜਿਹੜਾ ਤੁਸੀਂ ਇਹ ਫੈਸਲਾ ਲਿਆ, ਇਸ ਨੂੰ ਤੁਸੀਂ ਅੱਜ ਦੇ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹੋ? ਤੁਸੀਂ ਮੰਨਦੇ ਹੋ ਵੀ ਇਸ ਦੇ ਨਾਲ, ਜਿਹੜੇ ਤੁਹਾਡੇ ਇਸ ਫੈਸਲੇ ਦੇ ਨਾਲ ਵੀ ਪ੍ਰੈਸ਼ਰ ਬਣੇਗਾ? ਹਾਂਜੀ, ਇਹ ਦੇਖੋ, ਕੋਈ ਵੀ ਛੋਟਾ ਜਾਂ ਵੱਡਾ ਯੋਗਦਾਨ ਜਿਹੜਾ ਵੀ ਪਾਉਂਦਾ ਹੈ, ਜਿਵੇਂ ਸਾਡੇ ਸਪੋਰਟਸਮੈਨਾਂ ਨੇ ਅਹੁਦੇ ਵਾਪਸ ਕੀਤੇ ਜਾਂ ਸਮਾਜਿਕ ਹਸਤੀਆਂ ਨੇ ਸਨਮਾਨ ਵਾਪਸ ਕੀਤੇ, ਉਹ ਇੱਕ ਚੀਜ਼, ਇੱਕ ਤਾਂ ਅਹੁਦੇ, ਸਾਡਾ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ, ਉਹਨੂੰ ਮੋਰਲ ਬੂਸਟਿੰਗ ਦਾ ਕੰਮ ਕਰਦਾ ਹੈ, ਹੌਸਲੇ ਬੁਲੰਦ ਹੁੰਦੇ ਹੈ ਕਿਸਾਨਾਂ ਦੇ। ਤੇ ਦੂਜਾ, ਥੋੜਾ ਜਿਹਾ ਸਰਕਾਰ ਨੂੰ ਵੀ ਲੱਗਦਾ ਹੈ ਵੀ ਇਹਨਾਂ ਦੀ ਗਿਣਤੀ ਘੱਟ ਨਹੀਂ ਰਹੀ, ਵੱਧ ਰਹੀ ਹੈ ਇਹੋ ਜਿਹੇ ਬੰਦਿਆਂ ਦੀ ਜਿਹੜੇ ਆਪਣੀ ਫਸਲ ਅਤੇ ਨਸਲ ਦੀ ਲੜਾਈ ਲੜ ਰਹੇ ਉੱਥੇ। ਜੇਕਰ ਕਿਸੇ ਬਜ਼ੁਰਗ ਨੂੰ ਜਾਂ ਉੱਥੇ ਬੈਠੀ ਮਾਤਾ ਨੂੰ ਜਾਂ ਉੱਥੇ ਬੈਠੇ ਨੌਜਵਾਨਾਂ ਨੂੰ ਇਹ ਪਤਾ ਲੱਗੇ ਵੀ ਉਹਨਾਂ ਦੀ ਕੋਈ ਸਪੋਰਟ ਨਹੀਂ ਕਰ ਰਿਹਾ, ਤਾਂ ਉਹਨਾਂ ਦੇ ਹੌਸਲੇ ਪਸਤ ਹੋਣ ਦੇ ਬਣ ਜਾਂਦੀ ਗੱਲ ਕਈ ਵਾਰ। ਬਟ ਜਿਵੇਂ ਜਿਵੇਂ ਲੋਕ ਰੋਜ਼ ਗਾਇਕ ਪਹੁੰਚਦੇ ਉੱਥੇ, ਜਾਂ ਕੋਈ ਸਮਾਜਿਕ ਹਸਤੀਆਂ ਆਪਦੇ ਅਸਤੀਫੇ ਦਿੰਦੀਆਂ, ਜਾਂ ਕੋਈ ਕੁਛ ਸਮਾਜਿਕ ਹਸਤੀਆਂ ਨੇ ਇਹਨਾਂ ਦੀ ਭਰੋਸਾ ਦਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਉਸ ਨਾਲ ਕਿਸਾਨ ਲੀਡਰਸ਼ਿਪ ਦਾ ਔਰ ਕਿਸਾਨ ਉੱਥੇ ਜਿਹੜੇ ਬੈਠੇ ਹੈ ਬਜ਼ੁਰਗ ਮਾਤਾ ਭੈਣਾਂ, ਉਹਨਾਂ ਦਾ ਹੌਸਲਾ ਬੁਲੰਦ ਹੁੰਦਾ ਹੈ। ਜੀ ਤੁਸੀਂ ਜਦੋਂ ਇਹ ਫੈਸਲਾ ਲਿਆ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਤੁਹਾਡੇ ਦੋਸਤ ਰਿਸ਼ਤੇਦਾਰਾਂ ਦੇ ਨਾਲ ਫੈਸਲਾ ਕੀਤਾ, ਕਿ ਤੁਸੀਂ ਭਾਵਨਾ ਦੇ ਵਹਿਣ ਵਿੱਚ ਆ ਕੇ ਇੱਕ ਲਖਤ ਫੈਸਲਾ ਕਰ ਲਿਆ ਵੀ ਨਹੀਂ, ਮੈਂ ਇਹ ਅਹੁਦੇ ਦਾ ਤਿਆਗ ਦੇਣਾ? ਦੇਖੋ, ਭਾਵਨਾ ਤਾਂ ਬਣੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਭਾਵਨਾ ਹੀ ਬਣਦੀ ਹੈ, ਫਿਰ ਉਸ ਤੋਂ ਬਾਅਦ ਆਪਦੇ ਖਾਸ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਜਾਂਦੀ ਹੈ। ਮੈਂ ਆਪਣੇ ਪਰਿਵਾਰ 'ਚ ਆਪਣੇ ਮਾਤਾ ਜੀ ਨਾਲ, ਆਪਣੀ ਧਰਮ ਪਤਨੀ ਨਾਲ, ਆਪਣੇ ਬੇਟਿਆਂ ਨਾਲ ਤੇ ਮੇਰੇ ਸਿਸਟਰ ਦੇ ਪਰਿਵਾਰ ਨਾਲ ਗੱਲ ਕੀਤੀ, ਆਪਦੇ ਭਰਾਵਾਂ ਨਾਲ ਗੱਲ ਕੀਤੀ, ਤੇ ਉਹਨਾਂ ਨੇ ਸਾਰਿਆਂ ਨੇ ਮੇਰੀ ਭਾਵਨਾ ਨੂੰ ਸਮਝਦੇ ਹੋਏ ਇਸ ਨੂੰ ਯੈਸ ਕੀਤੀ। ਤੇ ਕਿਉਂਕਿ ਸਾਡੀ ਸਾਰੀ ਫੈਮਿਲੀ ਹੀ ਕਿਸਾਨੀ ਨਾਲ ਜੁੜੀ ਹੋਈ ਹੈ ਤੇ ਇਹ ਸਾਡਾ ਪਿਤਾ ਪੁਰਖੀ ਕਿੱਤਾ ਹੈ, ਤੇ ਸਾਰਿਆਂ ਨੇ ਇਸ ਤੇ ਨਾ ਸਿਰਫ ਯੈਸ ਕੀਤੀ ਬਲਕਿ ਖੁਸ਼ੀ ਜ਼ਾਹਰ ਕੀਤੀ ਵੀ ਅਸੀਂ ਇਸ ਤੋਂ ਜੋ ਤੁਸੀਂ ਫੈਸਲਾ ਕਰਨਾ ਚਾਹੁੰਦੇ ਹੋ, ਅਸੀਂ ਉਸ ਨਾਲ ਸਹਿਮਤ ਹਾਂ ਤੇ ਖੁਸ਼ ਹਾਂ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪ ਜੀ ਦੇ ਇਸ ਫੈਸਲੇ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਵੀ ਤੁਸੀਂ ਇੱਕ ਬਹੁਤ ਵੱਡਾ ਅਹੁਦੇ ਨੂੰ ਤਿਆਗ ਦਿੱਤਾ। ਪਰ ਕੁਝ ਲੋਕ ਇਹ ਕਹਿੰਦੇ ਆ ਵੀ ਰੋਸ ਪ੍ਰਗਟ ਕਰਨ ਦਾ ਕੋਈ ਹੋਰ ਤਰੀਕਾ ਵੀ ਹੋ ਸਕਦਾ ਸੀ, ਕਿਉਂਕਿ ਤੁਸੀਂ ਇੱਕ ਬਹੁਤ ਵੱਡੇ ਅਹੁਦੇ ਤੇ ਸੀ, ਤੁਸੀਂ ਇਸ ਅਹੁਦੇ ਤੇ ਰਹਿ ਕੇ ਆਪਣੇ ਭਾਈਚਾਰੇ ਦੀ ਵੱਡੀ ਸੇਵਾ ਹੋਰ ਵੀ ਕਰ ਸਕਦੇ ਸੀ। ਦੇਖੋ ਜੀ, ਸਰਕਾਰੀ ਅਹੁਦੇ ਤੇ ਰਹਿੰਦੇ ਹੋਏ ਕਿਸੇ ਵੀ ਤਰ੍ਹਾਂ ਦਾ ਰੋਸ਼ ਸਰਕਾਰਾਂ ਦੀਆਂ ਪਾਲਿਸੀਆਂ, ਭਾਵੇਂ ਉਹ ਸਾਡੀ ਯੂਨੀਅਨ ਗਵਰਨਮੈਂਟ ਹੈ ਜਾਂ ਸਾਡੀ ਸਟੇਟ ਗਵਰਨਮੈਂਟ ਹੈ, ਉਹਦੇ ਅਸੀਂ ਸਰਕਾਰੀ ਅਹੁਦੇ ਤੇ ਹੋਏ ਰਹਿੰਦੇ ਹੋਏ ਕਿਸੇ ਵੀ ਪਾਲਿਸੀ ਦਾ ਜਾਂ ਕਿਸੇ ਵੀ ਪਲੈਨਿੰਗ ਦਾ ਅਸੀਂ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਸ਼ ਪ੍ਰਗਟ ਕਰਨ ਦਾ ਸਾਡੇ ਜਿਹੜਾ ਜਾਬਤਾ ਹੈ, ਜਿਹੜਾ ਸਾਡਾ ਡਿਸਿਪਲਿਨ ਹੈ, ਜੋ ਸਾਨੂੰ ਗਵਰਨ ਕਰਦਾ ਹੈ, ਉਸ ਦੇ ਵਿੱਚ ਇਸ ਦੀ ਆਗਿਆ ਨਹੀਂ ਹੈ। ਤੇ ਜੇ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਤਾਂ ਪਹਿਲਾਂ ਮੈਨੂੰ ਆਪਦੀ ਨੌਕਰੀ ਦਾ ਫੈਸਲਾ ਕਰਨਾ ਹੀ ਪੈਣਾ ਸੀ, ਫਿਰ ਮੈਂ ਕਹਿ ਸਕਦਾ। ਨਹੀਂ ਤਾਂ ਹੋਰ ਬਥੇਰੇ ਅਫਸਰ ਹੈ ਜਿਨ੍ਹਾਂ ਦੇ ਪਹਿਲਾਂ ਇਹ ਹੈ, ਪਰ ਉਹਨਾਂ ਦੇ ਦਿਲ 'ਚ ਇਹ ਭਾਵਨਾ ਹੋ ਸਕਦੀ ਹੋਵੇ, ਪਰ ਉਹ ਕਹਿ ਨਹੀਂ ਪਾ ਰਹੇ ਹੈ। ਤੁਸੀਂ ਜਦੋਂ ਤੁਹਾਨੂੰ ਅਸਤੀਫਾ ਤੁਸੀਂ ਦੇ ਦਿੱਤਾ, ਰਿਟਰਨ ਦੇ ਵਿੱਚ ਤੁਸੀਂ ਆਪਣਾ ਭੇਜ ਚੁੱਕੇ ਹੋ ਸਾਰਾ ਕੁਝ, ਪੇਪਰ ਵਰਕ ਕਰ ਚੁੱਕੇ ਹੋ? ਹਾਂਜੀ, ਮੈਂ 12 ਤਰੀਕ ਨੂੰ ਭੇਜ ਦਿੱਤਾ ਸੀ ਔਰ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ 12 ਤਰੀਕ ਨੂੰ ਮੈਨੂੰ ਫਾਰਗ ਸਮਝਿਆ ਜਾਵੇ। ਤੇ ਤੁਹਾਡਾ ਜਿਹੜਾ ਅਸਤੀਫਾ ਹੈ ਉਹ ਪ੍ਰਵਾਨ ਹੋ ਗਿਆ ਕਿ ਹਜੇ ਨਹੀਂ ਹੋਇਆ? ਤੁਹਾਨੂੰ ਦੱਸਿਆ ਪ੍ਰਵਾਨ ਕਰਨਾ, ਦੇਖੋ ਉਹ ਪ੍ਰਵਾਨ ਕਰਨਾ ਉਹਨਾਂ ਦੀ ਮਰਜ਼ੀ ਹੁੰਦੀ ਹੈ, ਉਹਨਾਂ ਨੇ ਪ੍ਰਵਾਨ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ, ਪਰ ਜੋ ਕਾਨੂੰਨੀ ਤੌਰ ਤੇ ਸਾਰਾ ਕੁਝ ਬਣਦਾ ਸੀ, ਮੈਂ ਸਾਰਾ ਕੁਝ ਪੂਰਾ ਸ਼ਰਤਾਂ ਕਰ ਦਿੱਤੀਆਂ। ਸਿਰਫ ਇੱਕ ਸ਼ਰਤ ਰਹਿ ਗਈ ਹੈ ਕਿ ਉਹਨਾਂ ਨੇ ਇਸ ਨੂੰ ਕੁਛ ਜਿਹੜਾ ਸਾਡਾ ਸਮਾਂ ਹੁੰਦਾ ਹੈ ਉਹ ਪਹਿਲਾਂ ਦੇਣਾ ਪੈਂਦਾ ਕਈ ਵਾਰ, ਉਹਦੇ ਵਿੱਚ ਉਹ ਮੈਨੂੰ ਦੱਸ ਦੇਣਗੇ ਵੀ ਕਿੰਨੇ ਪੈਸੇ ਮੈਂ ਜਮ੍ਹਾਂ ਕਰਾਉਣੇ, ਉਹ ਨੋਟਿਸ ਨਾ ਦੇਣ ਕਰਕੇ, ਤੇ ਉਹ ਮੈਂ ਉਹਨੇ ਜਮ੍ਹਾਂ ਕਰਾਉਣੇ ਪੈਣੇ ਮੈਨੂੰ, ਤੇ ਉਹ ਉਹਨਾਂ ਨੇ ਦੱਸਣਾ ਹੈ। ਮੇਰੇ ਵੱਲੋਂ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਹੋ ਚੁੱਕੀਆਂ। ਤੁਸੀਂ ਜਦੋਂ ਅਸਤੀਫਾ ਦਿੰਦੇ ਹੋ, ਤੁਹਾਡੇ ਨਾਲ ਕਿਸੇ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਫਿਰ ਤੁਸੀਂ ਅੰਦੋਲਨ ਦੇ ਵਿੱਚ ਗਏ ਹੋ ਜਾਂ ਜਾਓਗੇ? ਆ ਜੀ ਨਹੀਂ, ਮੇਰੀ ਕਿਸੇ ਨਾਲ ਗੱਲ ਨਹੀਂ ਹੋਈ, ਨਾ ਮੇਰੀ ਉੱਥੇ ਹਜੇ ਗਿਆ। ਮੈਂ ਤਾਂ ਸਿਰਫ ਆਪਣੇ
ਫੈਮਿਲੀ ਦੇ ਹਾਲਾਤ ਦੇਖ ਕੇ, ਆਪਣੇ ਪਿਤਾ ਜੀ ਨੂੰ ਜੋ ਕਿਸਾਨ ਸੀ ਔਰ ਉਹਨਾਂ ਦੀ ਅਣਥੱਕ ਸਦਕਾ ਜੋ ਮੈਨੂੰ ਪ੍ਰਾਪਤ ਹੋਇਆ, ਅੱਜ ਉਹ ਦੁਨੀਆ ਤੇ ਨਹੀਂ ਹਨ। 89 ਦੇ ਵਿੱਚ ਜਦੋਂ ਮੈਂ ਇੰਡੀਅਨ ਆਰਮੀ ਵਿੱਚ ਨੌਕਰੀ ਕਰ ਰਿਹਾ ਸੀ ਤਾਂ ਉਸ ਵਕਤ ਉਹਨਾਂ ਦਾ ਇੱਕ ਰੋਡ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ। ਤੇ ਮੈਂ ਤਾਂ ਉਹਨਾਂ ਦੀ ਜੋ ਮਿਹਨਤ ਮੈਂ ਉਹਨਾਂ ਨੂੰ ਕਰਦੇ ਦੇਖਦਾ ਸੀ ਬਤੌਰ ਛੋਟਾ ਬੱਚਾ। ਉਹ ਅੱਛਾ, ਫਿਰ ਜਦੋਂ ਮੈਂ ਆਰਮੀ ਵਿੱਚ ਸੀ ਤਾਂ ਜਦੋਂ ਉਹਨਾਂ ਦੀ ਡੈਥ ਹੋਈ, ਆਰਮੀ ਵਿੱਚ ਹੋਣ ਕਾਰਨ ਮੈਨੂੰ ਉਹਨਾਂ ਦੀ ਅੰਤਮ ਰਸਮ ਕਹਿ ਲਓ ਵਿੱਚ ਪਹੁੰਚਿਆ ਵੀ ਨਹੀਂ ਸੀ ਗਿਆ। ਮੇਰੇ ਪਹੁੰਚਣ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ ਹੋ ਗਿਆ ਸੀ। ਇਹ ਚੀਜ਼ ਮੇਰੇ ਸਦਾ ਸਦਾ ਦਿਲ ਤੇ ਪਈ ਹੈ, ਅੱਜ ਵੀ ਪਈ ਹੈ। ਤੇ ਮੈਂ ਸਮਝਦਾ ਹਾਂ ਕਿ ਜੋ ਮੇਰੇ ਬਾਪ ਨੇ ਮਿਹਨਤ ਕੀਤੀ ਸੀ ਉਸ ਨੂੰ ਮੈਂ ਸਮਝ ਲਓ, ਮਤਲਬ ਤੁਸੀਂ ਇਹ ਸਮਝੋ ਵੀ ਮੈਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦਾ ਰਿਹਾ। ਤੇ ਹੁਣ ਟਾਈਮ ਹੈ ਕਿ ਉਹਨਾਂ ਵਰਗੇ ਬਜ਼ੁਰਗ ਜੋ ਉੱਥੇ ਬੈਠੇ ਹਨ, ਜਿਨ੍ਹਾਂ ਨੂੰ ਮੈਂ ਕਿਸਾਨਾਂ ਦਾ, ਨਵੀਂ ਪੀੜ੍ਹੀ ਦਾ ਪਿਤਾ ਸਮਝਦਾ ਹਾਂ, ਸਾਡੇ ਬਜ਼ੁਰਗ ਉੱਥੇ 80 90 ਸਾਲਾਂ ਦੇ ਬੈਠੇ ਹਨ। ਉਹਨਾਂ ਨੂੰ ਮੈਂ ਇੱਕ ਤਰ੍ਹਾਂ ਦਾ ਉਹਨਾਂ ਦਾ ਮਿਹਨਤ ਦਾ ਜੋ ਸਦਕਾ ਮਿਲਣਾ ਚਾਹੀਦਾ ਹੈ, ਉਹਨਾਂ ਦਾ ਇੱਜ਼ਤਮਾਨ ਹੋਣਾ ਚਾਹੀਦਾ ਹੈ, ਉਸ ਪੱਖੋਂ ਮੈਂ ਸਾਰਾ ਸੋਚਿਆ। ਤੇ ਬਸ ਇੰਨਾ ਹੀ ਦਿਮਾਗ 'ਚ ਆਈ ਗੱਲ, ਜਿਸ ਕਰਕੇ ਮੈਂ ਆਪਦੇ ਪਰਿਵਾਰ ਨਾਲ ਗੱਲਬਾਤ ਕੀਤੀ। ਤੇ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਜਿਹਾ ਇਨਸਾਨ ਆ, ਬਸ ਕਰਤਾ ਤਾਂ ਕਰਤਾ। ਤੁਸੀਂ ਆਰਮੀ ਦੇ ਵਿੱਚ ਕੈਪਟਨ ਵੀ ਰਹੇ ਹੋ? ਹਾਂਜੀ ਹਾਂਜੀ, ਮੈਂ ਉੱਥੇ ਆਰਮੀ ਵਿੱਚ ਕੈਪਟਨ ਸੀ ਤੇ ਫੀਲਡ ਮੇਜਰ ਸੀ ਮੈਂ। ਉੱਥੇ ਪੋਸਟਿੰਗ ਹੁੰਦੀ ਹੈ ਕਈ ਥਾਵਾਂ ਤੇ, ਅੱਗੇ ਬਾਰਡਰਾਂ ਤੇ, ਲਾਈਨ ਆਫ ਕੰਟਰੋਲ ਤੇ। ਉੱਥੇ ਸਾਨੂੰ ਆਰਮੀ ਵਿੱਚ ਰਹਿੰਦੇ ਹੋਏ ਮੇਜਰ ਦਾ ਰੈਂਕ ਦਿੱਤਾ ਜਾਂਦਾ ਹੈ। ਮੇਰਾ ਪੱਕਾ ਰੈਂਕ ਕੈਪਟਨ ਸੀ, ਇਸ ਕਰਕੇ ਮੈਂ ਕੈਪਟਨ ਲਿਖਦਾ। ਔਰ ਮੇਰਾ ਉੱਥੇ ਫੀਲਡ ਦੇ ਵਿੱਚ ਜੋ ਮੈਂ ਰੈਂਕ ਪਾਇਆ ਹੋਇਆ ਇੱਕ ਵਾਰ ਫੌਜ ਦੇ ਵਿੱਚ, ਉਹ ਮੇਜਰ ਵੀ ਸੀ। ਪਰ ਉਹ ਕਈ ਵਾਰ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਬੰਦੇ, ਉਹਨਾਂ ਨੇ ਮੇਰਾ ਨਾਂ ਹੀ ਬਦਲ ਦੇਣਾ ਸੀ। ਹੁਣ ਤਾਂ ਕੈਪਟਨ ਲਖਵਿੰਦਰ ਸਿੰਘ ਜਾਖੜ ਕਹਿੰਦਾ ਹੀ ਹੈ, ਤੇ ਫਿਰ ਕਈਆਂ ਨੇ ਮੇਜਰ ਸਿੰਘ ਜਾਖੜ ਕਹਿਣ ਲੱਗ ਜਾਣਾ ਸੀ, ਕਿਉਂਕਿ ਉਹ ਨਾਂ ਨਾਲ ਰਲਦਾ। ਜੀ ਜੀ ਜੀ। ਤਾਂ ਫਿਰ ਅੱਛਾ, ਮੈਂ ਕੈਪਟਨ ਆਪਦਾ ਪੱਕਾ ਰੈਂਕ ਆਪਦੇ ਨਾਲ ਰੱਖਿਆ। ਤੁਸੀਂ ਕਾਨੂੰਨ ਦੇ ਪੱਖੋਂ ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਕਈ ਲੋਕ ਡਰਾਉਂਦੇ ਆ ਵੀ ਤੁਹਾਡੇ ਤੇ ਰਾਤੋਂ ਰਾਤ ਹਮਲਾ ਹੋ ਸਕਦਾ ਹੈ। ਇਸ ਜਿਹੜੀ ਅੰਦੋਲਨ ਹੈ, ਇਹ ਕਿਵੇਂ ਵਧੀਆ ਤਰੀਕੇ ਦੇ ਵਿੱਚ ਜਾ ਸਕਦਾ ਹੈ ਨਾ? ਵੀ ਤੁਸੀਂ ਉਹ ਜਿਹੜੇ ਉੱਥੇ ਲੋਕ ਇਸ ਸਮੇਂ ਲੱਖਾਂ ਲੋਕ ਬੈਠੇ ਆ, ਉਹਨਾਂ ਲਈ ਕੀ ਕਹਿਣਾ ਚਾਹੋਗੇ ਕਾਨੂੰਨੀ ਦੇਖੋ ਪੱਖ ਜੀ, ਤੋਂ? ਹਾਂ ਬਿਲਕੁਲ ਬਿਲਕੁਲ। ਦੇਖੋ ਜੀ, ਸ਼ਾਂਤੀ ਮਈ ਪ੍ਰੋਟੈਸਟ ਹੋ ਰਿਹਾ ਹੈ, ਲੋਕ ਆਪਣੀ ਜਗ੍ਹਾ ਤੇ ਬੈਠੇ ਹਨ, ਕਿਸੇ ਨੇ ਕਿਸੇ ਦੇ ਪੱਥਰ ਵੀ ਨਹੀਂ ਮਾਰਿਆ। ਤਾਂ ਕੋਈ ਕਾਰਨ ਨਹੀਂ ਹੈ ਕਿ ਉਹਨਾਂ ਤੇ ਕੋਈ ਹਮਲਾ ਹੋਵੇ। ਇਹ ਤਾਂ ਨਹੀਂ ਹੈ ਕਿ ਉਹ ਕਿਸੇ ਵਿਦੇਸ਼ ਤੋਂ ਆ ਕੇ ਬੈਠੇ ਹਨ ਜਾਂ ਕਿਸੇ ਦੁਸ਼ਮਣ ਦੇਸ਼ ਦੇ ਬੰਦੇ ਬੈਠੇ ਹਨ। ਜੇ ਦੁਸ਼ਮਣ ਦੇਸ਼ ਦੇ ਬੰਦੇ ਬੈਠੇ ਹੁੰਦੇ ਤਾਂ ਮੈਂ ਬਤੌਰ ਫੌਜੀ, ਸਾਬਕਾ ਫੌਜੀ, ਇਹੋ ਜਿਹੀ ਜਗ੍ਹਾ ਤੇ ਪਹੁੰਚਣਾ ਬਿਲਕੁਲ ਗਵਾਰਾ ਨਾ ਕਰਦਾ। ਪਰ ਤੁਸੀਂ ਸਮਝੋ, ਆਪਣੇ ਦੇਸ਼ ਦੇ ਹੀ ਬੰਦੇ ਹਨ, ਆਪਣੇ ਬਜ਼ੁਰਗ ਹਨ, ਆਪਣੀਆਂ ਮਾਤਾ ਭੈਣਾਂ ਤੇ ਆਪਣੇ ਬੱਚੇ ਬੈਠੇ ਹਨ। ਤੇ ਕੋਈ ਕਾਰਨ ਨਹੀਂ ਹੈ ਕਿ ਉਹਨਾਂ ਤੇ ਬਿਨਾਂ ਗੱਲੋਂ ਕੁਛ ਇਹੋ ਜਿਹਾ ਕੀਤਾ ਜਾਵੇ। ਜਿੱਥੋਂ ਤੱਕ ਰਿਪੋਰਟਾਂ ਆ ਰਹੀਆਂ, ਕੁਛ ਆਪਦਾ ਗਾਣਾ ਗਾ ਕੇ, ਕੁਛ ਆਪਦਾ ਪਾਠ ਕਰਕੇ, ਕੁਛ ਲੰਗਰ ਲਾ ਕੇ ਉੱਥੇ, ਕੁਛ ਅੱਜ ਟੀਵੀ ਤੇ ਆ ਰਿਹਾ ਸੀ, ਇੱਕ ਬੇਬੇ ਜੀ ਕਹਿ ਰਹੇ ਸੀ ਵੀ ਮੈਂ ਆਪਦੇ ਮੇਰੇ ਪੁੱਤਾ ਛੱਡ ਕੇ ਆਈ ਹਾਂ ਤੇ ਮੈਂ ਉਸ ਵਾਸਤੇ ਸਵੈਟਰਾਂ ਬੁਣ ਕੇ ਟਾਈਮ ਪਾਸ ਕਰ ਰਹੀ ਹਾਂ। ਛੋਟਾ ਜਿਹਾ ਉਹਨਾਂ ਦਾ ਪੁੱਤਾ ਹੋਣਾ ਉਹਨਾਂ ਦੇ ਪਿੰਡ, ਤੇ ਉਹਦੇ ਲਈ ਉਹ ਸਵੈਟਰ ਬੁਣ ਰਹੇ ਸੀ। ਤਾਂ ਸਾਰੇ ਇਹ ਸੋਚ ਰਹੇ ਵੀ ਜਲਦੀ ਤੋਂ ਜਲਦੀ ਇਸ ਦਾ ਫੈਸਲਾ ਹੋ ਜਾਏਗਾ ਤੇ ਮਾਤਾ ਜੀ ਦਾ ਸਵੈਟਰ ਪੂਰਾ ਹੋ ਜਾਊਗਾ ਉਹਨੂੰ, ਤੇ ਜਾ ਕੇ ਆਪਦੇ ਪੋਤੇ ਨੂੰ ਪਾਉਣਗੇ। ਤਾਂ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ, ਸ਼ਾਂਤੀਮਈ ਪ੍ਰੋਟੈਸਟ ਹੈ। ਤੇ ਇਹ ਬਿਨਾਂ ਗੱਲੋਂ ਇਸ ਨੂੰ ਸੈਬੋਟੇਜ ਕਰਨਾ, ਜਾਂ ਕੁਛ ਪੱਤਰਕਾਰ, ਕੁਛ ਚੈਨਲਸ ਇਸ ਨੂੰ ਦੂਜੇ ਪਾਸੇ ਵੀ ਲਿਜਾ ਰਹੇ ਸੀ, ਅੱਤਵਾਦ, ਵੱਖਵਾਦ, ਨਕਸਲਾਈਟ, ਬਿਲਕੁਲ ਬਿਲਕੁਲ। ਪਾਕਿਸਤਾਨੀ ਇੱਧਰ ਵੀ ਲਿਜਾ ਰਹੇ ਸੀ। ਇਹ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ, ਇਹ ਗਲਤ ਹੈ। ਬੜੇ ਬੜੇ ਕਿਸਾਨ ਐਸੇ ਹਨ, ਇੱਕ ਕਿਸਾਨ ਦਾ ਉਦਾਹਰਣ ਵੀ ਹੈ ਜਿਸ ਦਾ ਬੇਟਾ ਉੱਥੇ ਜੰਮੂ ਐਂਡ ਕਸ਼ਮੀਰ ਵਿੱਚ ਦੇਸ਼ ਦੀ ਰਕਸ਼ਾ ਕਰਦਾ ਹੋਇਆ ਉੱਥੇ ਸ਼ਹੀਦ ਹੋਇਆ, ਆਪਣੇ ਮੁਲਕ ਦੀ ਰਕਸ਼ਾ ਕਰਦਾ ਹੋਇਆ, ਤੇ ਡਿਊਟੀ ਦੌਰਾਨ ਸ਼ਹੀਦ ਹੋਇਆ। ਤੇ ਉਸਦੇ ਉਸਦੇ ਪਿਤਾ ਜੀ ਉੱਥੇ ਬੈਠੇ ਸਨ ਧਰਨੇ ਵਿੱਚ, ਤੇ ਉਹਨਾਂ ਨੂੰ ਉੱਥੋਂ ਉਠਾ ਕੇ ਉੱਥੇ ਪਿੰਡ ਭੇਜਿਆ ਗਿਆ। ਤਾਂ ਦੇਖੋ, ਪੰਜਾਬ, ਹਰਿਆਣਾ, ਯੂਪੀ ਤੇ ਹੋਰ ਵੀ ਸਟੇਟਾਂ ਦੇ ਸਾਰਿਆਂ ਦੇ ਜੋ ਆਰਮੀ ਦੇ ਵਿੱਚ ਬੱਚੇ ਕਰ ਰਹੇ ਆ ਨੌਕਰੀਆਂ, ਉਹਨਾਂ ਬੱਚਿਆਂ ਦੇ ਪਿਤਾ ਉੱਥੇ ਬੈਠੇ ਹਨ। ਤੇ ਉਹ 80% 90% ਜਿਹੜੇ ਆਰਮੀ ਦੇ ਵਿੱਚ ਬੱਚੇ ਹਨ ਬਤੌਰ ਜਵਾਨ ਉੱਥੇ ਭਰਤੀ ਹੁੰਦੇ ਹਨ, ਤਾਂ ਉਹ ਸਾਰੀ ਪੇਂਡੂ ਪਾਪੂਲੇਸ਼ਨ ਹੈ। ਪੇਂਡੂ ਪਾਪੂਲੇਸ਼ਨ ਦਾ ਮਤਲਬ ਹੈ
ਭਾਵੇਂ ਉਹ ਕਿਸਾਨ ਹੈ ਜਾਂ ਉੱਥੇ ਪਿੰਡਾਂ ਵਿੱਚ ਰਹਿ ਰਿਹਾ ਮਜ਼ਦੂਰ ਹੈ, ਉਹਨਾਂ ਦੇ ਹੀ ਬੱਚੇ ਹਨ। ਜਿਵੇਂ ਕਹਿ ਲਓ ਪੰਜਾਬ ਰੈਜੀਮੈਂਟ ਹੈ, ਸਿੱਖ ਲਾਈ ਹੈ, ਸਿੱਖ ਹੈ, ਮਰਾਠਾ ਹੈ, ਰਾਜਪੂਤ ਹੈ, ਜਾਟ ਹੈ, ਤਾਂ ਉਹ ਸਾਰੇ ਬੱਚੇ ਕਿਸਾਨਾਂ ਦੇ ਬੱਚੇ ਹਨ ਤੇ ਉਹਨਾਂ ਦੇ ਬਾਪ ਵਿਚਾਰਿਆਂ ਦੇ ਉੱਥੇ ਬੈਠੇ। ਤਾਂ ਮੈਨੂੰ ਇਹ ਸਮਝ ਨਹੀਂ ਪਾ ਰਿਹਾ, ਜਿਹੜੇ ਬੰਦੇ 80% ਜਾਂ 90% ਆਪਦੇ ਬੱਚਿਆਂ ਨੂੰ ਉੱਥੇ ਨੌਕਰੀਆਂ ਲਈ ਭੇਜ ਰਹੇ ਹੈ, ਜੋ ਦੇਸ਼ ਦੀ ਰਕਸ਼ਾ ਕਰ ਰਹੇ, ਉਹਨਾਂ ਨੂੰ ਤੁਸੀਂ ਨਕਸਲਾਈਟ ਟੈਰਰਿਸਟ ਦੇਣ ਲੱਗਿਆ ਤੁਹਾਨੂੰ ਸੰਕੋਚ ਕਰਨਾ ਚਾਹੀਦਾ ਹੈ, ਸ਼ਰਮ ਕਰਨੀ ਚਾਹੀਦੀ ਹੈ। ਦੇਖੋ, ਮੈਂ ਵੀ ਕਿਸਾਨ ਦਾ ਬੇਟਾ ਸੀ, ਮੈਂ ਉੱਥੇ ਟਾਈਮ ਲਾ ਕੇ ਆਇਆ ਆਰਮੀ ਵਿੱਚ, ਤੇ ਜੇ ਮੈਨੂੰ ਕੋਈ ਆਉਂਦੇ ਨੂੰ ਕਵੇ ਵੀ ਤੂੰ ਤਾਂ ਖੜਕੂ ਹੈ ਜਾਂ ਤੂੰ ਇਹ ਹੈ, ਤਾਂ ਮੈਨੂੰ ਬੜਾ ਅਫਸੋਸ ਹੋਏਗਾ ਜੀ। ਜਿਵੇਂ ਆਪਾਂ ਕੋਈ ਘਰ ਦੇ ਵਿੱਚ ਜਾਨਵਰ ਪਸ਼ੂ ਪਾਲ ਲਈਏ ਨਾ, ਆਮ ਲੋਕੀ ਕਹਿੰਦੇ ਆ ਵੀ ਉਹ ਸਾਡੀ ਬੋਲੀ ਸਮਝਣ ਲੱਗ ਜਾਂਦਾ ਹੈ। ਇਹ ਲੀਡਰ ਅਸੀਂ ਬਣਾਏ ਆ, ਤੇ ਇਹ ਸਾਡੇ ਲੀਡਰ ਜਿਹੜੇ ਇਸ ਸਮੇਂ ਸਾਡੇ ਤੇ ਹੁਕਮਰਾਨ ਨੇ, ਇਹ ਸਾਡੀ ਬੋਲੀ, ਜਿਹੜੇ 80 ਸਾਲ ਦੇ ਬਜ਼ੁਰਗ ਉੱਥੇ ਬੈਠੇ ਆ, ਨੌਜਵਾਨ ਭਰਾ ਬੈਠੇ ਆ ਸਾਡੇ, ਆਪਣੇ ਕੰਮਾਂ ਕਾਰਾਂ ਤੋਂ ਸੰਕੋਚ ਕਰਕੇ ਉੱਥੇ ਬੈਠੇ, ਸਾਡੀ ਬੋਲੀ ਨੂੰ ਇਹ ਲੋਕ ਸਮਝ ਕਿਉਂ ਨਹੀਂ ਰਹੇ? ਦੇਖੋ ਜੀ, ਕਿਸਾਨ ਲੀਡਰਸ਼ਿਪ ਨੇ ਮੀਟਿੰਗਾਂ ਕਰ ਕਰਕੇ, ਮੀਟਿੰਗਾਂ ਦੇ ਦੌਰ ਕਰ ਕਰਕੇ ਚੰਗੀ ਤਰ੍ਹਾਂ ਸਮਝਾ ਦਿੱਤਾ, ਹਰ ਪੁਆਇੰਟ ਡਿਸਕਸ ਹੋ ਚੁੱਕਿਆ ਹੈ ਔਰ ਹਰ ਗੱਲ ਸਾਫ਼ ਹੋ ਚੁੱਕੀ ਹੈ। ਉਹ ਬਸ ਥੋੜਾ ਜਿਹਾ ਪ੍ਰੋਬਲਮਸ ਹੈ ਬਈ, ਉਹ ਏਦਾਂ ਦਾ ਹੋਇਆ ਪਿਆ ਮਾਹੌਲ ਬਈ ਅਸੀਂ ਪਿੱਛੇ ਨਹੀਂ ਹਟ ਸਕਦੇ। ਬਟ ਮੇਰਾ ਖਿਆਲ ਹੈ, ਮੰਨਦੇ ਵੀ ਹਉਮੈ ਦਾ ਰੌਲਾ ਹੈਗਾ ਜ਼ਿਆਦੇ, ਹੋਰ ਤਾਂ ਕੋਈ ਰੌਲਾ ਲੱਗਦਾ ਹੀ ਨਹੀਂ ਹੈ। ਜਦੋਂ ਟੀਵੀ ਤੇ ਕਹਿੰਦੇ ਸੁਣੇ ਗਏ ਹੈ ਜਾਂ ਬਈ ਜੀ ਹਾਂ ਕਾਨੂੰਨ ਦੇ ਵਿੱਚ ਕਾਫੀ ਗਲਤੀਆਂ ਹੈ, ਔਰ ਹੋਰ ਤਾਂ ਕੋਈ ਰੌਲਾ ਹੀ ਨਹੀਂ ਨਜ਼ਰ ਆਉਂਦਾ। ਫਿਰ ਇਹੀ ਤਾਂ ਦੁੱਖ ਦੀ ਘੜੀ ਹੈ, ਇਹੀ ਤਾਂ ਗੱਲ ਹੈ ਵੀ ਜਿੱਥੇ ਸਾਡੇ ਬਜ਼ੁਰਗ, ਅੱਜ ਵੀ ਇੱਕ ਕਿਸਾਨ ਦੀ ਮੌਤ ਹੋਈ ਹੈ, ਤੇ ਦੇਖੋ ਹਾਲਾਤ ਬਹੁਤ ਹੋਰ ਵੀ ਠੰਡ ਵੱਧ ਰਹੀ ਹੈ। ਕੁਛ ਦਿਨਾਂ ਨੂੰ ਕੱਕਰ ਦੀ ਠੰਡ ਪਵੇਗੀ, ਜਿਹੜੀ ਪੰਜਾਬੀ ਭਾਸ਼ਾ 'ਚ ਕਹਿੰਦੇ ਹੈ, ਤੇ ਗੜੇਮਾਰ ਹੱਡ ਤੋੜਵੀਂ ਠੰਡ ਹੋਰ ਵਧੇਗੀ, ਤੇ ਧੁੰਦਾਂ ਦਾ ਮੌਸਮ ਵੀ ਵਧੇਗਾ। ਤੇ ਸਰਕਾਰ ਨੂੰ ਚਾਹੀਦਾ ਹੈ, ਵੈਲਫੇਅਰ ਸਟੇਟ ਹੋਣ ਦੇ ਨਾਤੇ, ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਹੱਲ ਕਰੇ। ਇੱਥੇ ਤਾਂ ਹੁਣ ਹਾਲਾਤ ਕਾਫੀ ਮੁਸ਼ਕਲ ਹੁੰਦੇ ਜਾ ਰਹੇ ਹੈ ਕਿਸਾਨਾਂ ਦੇ ਲਈ। ਰਾਜਨੀਤਿਕ ਜਿਹੜੇ ਲੀਡਰ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਉਹ ਕੇਂਦਰ ਸਰਕਾਰ ਦੇ ਨੇ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਕੀ ਟਿੱਪਣੀ ਕਰੋਗੇ? ਦੇਖੋ ਜੀ, ਮੈਂ ਤਾਂ ਇਹੀ ਕਹੂੰਗਾ ਵੀ ਪ੍ਰਮਾਤਮਾ ਯੂਨੀਅਨ ਦੇ ਲੀਡਰ ਨੂੰ ਸਮੱਤ ਬਖਸ਼ੇ ਤੇ ਉਹ ਇਸ ਚੀਜ਼ ਨੂੰ ਜਲਦੀ ਫੈਸਲਾ ਕਰਨ ਇਸ ਦਾ। ਤੇ ਕਿਸਾਨ ਉੱਥੇ ਬੈਠਣਾ ਕਿਸੇ ਨੂੰ ਐ ਨਹੀਂ ਹੈ ਵੀ ਉਹ ਖੁਸ਼ੀ ਉੱਥੇ ਬੈਠੇ ਹੈ, ਤੇ ਉਹ ਤਾਂ ਵਿਚਾਰੇ ਉੱਥੇ ਬੈਠੇ ਆਪਦੇ ਘਰ-ਬਾਰ ਛੱਡ ਕੇ ਬੈਠੇ ਹੈ। ਤੇ ਜੇ ਉਹ ਪ੍ਰਮਾਤਮਾ ਸਮੱਤ ਬਖਸ਼ੇ ਉਹਨਾਂ ਨੂੰ ਤੇ ਉਹ ਫੈਸਲਾ ਕਰਨ, ਤਾਂ ਅਗਲੇ ਦਿਨ ਇਹ ਸਾਰੇ ਕਿਸਾਨ ਭੰਗੜੇ ਪਾਉਂਦੇ ਹੋਏ, ਖੁਸ਼ੀਆਂ ਮਨਾਉਂਦੇ ਹੋਏ ਆਪਦੇ ਪ੍ਰਾਂਤਾਂ ਨੂੰ, ਪੰਜਾਬ, ਹਰਿਆਣਾ, ਯੂਪੀ, ਬਿਹਾਰ, ਰਾਜਸਥਾਨ, ਉੱਥੇ ਵਹੀਰਾਂ ਘੱਤਣਗੇ ਵੀ ਅਸੀਂ ਇਹ ਆਪਦੇ ਬੱਚਿਆਂ ਦਾ ਤੇ ਆਪਦੇ ਅਗਲੀਆਂ ਪੀੜ੍ਹੀਆਂ ਦਾ ਜਿਹੜਾ ਹੱਕ ਹਕੂਕ ਹੈ ਉਸ ਨੂੰ ਬਚਾ ਕੇ ਵਾਪਸ ਆ ਰਹੇ ਹਾਂ। ਤੇ ਇਹ ਤਾਂ ਮੇਰਾ ਖਿਆਲ ਹੈ 10 ਮਿੰਟਾਂ ਦੀ ਗੱਲ ਹੈ। ਜੇ ਕੋਈ ਕਰਦੇ ਤਾਂ ਕੱਲ ਨੂੰ ਸਾਰੇ ਕਿਸਾਨ ਨੱਚਦੇ ਭੰਗੜੇ ਪਾਉਂਦੇ ਆਪਦੇ ਪਿੰਡਾਂ ਨੂੰ ਜਾਣਗੇ। ਇਸ ਅੰਦੋਲਨ ਦੇ ਵਿੱਚ ਜਿਹੜਾ ਬੜਾ ਸਫਲਤਾਪੂਰਵਕ ਚੱਲ ਰਿਹਾ, ਤੁਸੀਂ ਕੀ ਮੰਨਦੇ ਹੋ ਇਹਦੇ ਪਿੱਛੇ ਤਾਕਤ ਕਿਹੜੀ ਹੈ? ਕਿਹੜੀ ਸਟਰੈਂਥ ਹੈ ਵੀ ਜਿਹੜੀ ਇਸ ਨੂੰ ਕਾਮਯਾਬ ਕਰ ਰਹੀ ਹੈ? ਦੇਖੋ ਜੀ, ਇਸ ਦੇ ਵਿੱਚ ਜਿਹੜੀ ਤਾਕਤ ਹੈ, ਇਹ ਤੁਸੀਂ ਇਸ ਨੂੰ ਸਮਝੋ, ਇਸ ਦੀ ਜਿਹੜੀ ਤਾਕਤ ਹੈ ਇਹ ਹੈ ਵੀ ਕਿਸਾਨਾਂ ਦੀ ਪ੍ਰੋਬਲਮ ਨੂੰ ਬੜੇ ਸਾਲਾਂ ਤੋਂ ਸੁਣਿਆ ਨਹੀਂ ਗਿਆ। ਤੇ ਦੇਖੋ, ਇੱਕ ਹਰ ਚੀਜ਼ ਦਾ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਆਉਂਦਾ ਹੈ। ਤੇ ਤੁਸੀਂ ਜਦੋਂ ਤੁਸੀਂ ਦੇਖੋ, ਜੇ ਕੋਈ ਕਹਿੰਦਾ ਵੀ ਜੀ ਓਕੇ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਰੌਲਾ ਪਾਇਆ, ਤਾਂ ਫਿਰ ਜੇ ਇਹ ਸਹੀ ਨਾ ਹੁੰਦਾ, ਫਿਰ ਹਰਿਆਣੇ ਦੇ ਕਿਸਾਨ ਨਾਲ ਨਾ ਆਉਂਦੇ, ਫਿਰ ਹਰਿਆਣੇ ਤੋਂ ਬਾਅਦ ਯੂਪੀ ਦੇ ਆਏ, ਰਾਜਸਥਾਨ ਦੇ ਆਏ। ਇਸ ਦਾ ਮਤਲਬ ਇਹ ਹੈ ਵੀ ਕਿਸਾਨਾਂ ਦੀ ਜਿਹੜੀ ਦਸ਼ਾ ਹੈ ਉਹ ਹੋਰ ਵੀ ਮਾੜੀ ਹੁੰਦੀ ਜਾ ਰਹੀ ਸੀ। ਤੇ ਇਹ ਇੱਕ ਪੁਆਇੰਟ ਆ ਗਿਆ ਵੀ ਇਹ ਨਾ ਸਿਰਫ ਪੰਜਾਬ ਤੇ ਕਿਸਾਨਾਂ ਦਾ, ਹਰਿਆਣਾ ਦਾ, ਇਹ ਬੜਾ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਕਿੱਤਾ ਇੱਕ ਹੋਣ ਦੇ ਕਰਕੇ। ਕਿੱਤਾ ਕੀ ਹੈ, ਲਾਈਫ ਸਟਾਈਲ ਕੀ ਹੈ, ਕਿੱਤਾ ਕੀ ਹੈ, ਕਰਮ ਕੀ ਹੈ? ਕਰਮ ਸਭ ਦੇ ਇੱਕੋ ਹੀ ਹੈ। ਜੇ ਸਿਰਫ ਥੋੜਾ ਬਹੁਤ ਫਰਕ ਹੈ ਤਾਂ ਧਰਮ ਦਾ ਫਰਕ ਹੈ। ਵੀ ਉਹ ਕਹਿੰਦੇ ਜੀ, ਕੋਈ ਕਹਿੰਦਾ ਜੀ ਇਹ ਸਿੱਖ ਹੈ, ਕੋਈ ਕਹਿੰਦਾ ਜੀ ਇਹ ਹਿੰਦੂ ਹੈ ਤਾਂ ਵਿੱਚੋਂ ਹੀ ਨਿਕਲੇ ਹੋਏ ਸਾਰੇ ਇੱਕ ਦੂਜੇ ਦੇ। ਬਟ ਕਿੱਤਾ ਇੱਕ ਹੋਣ ਕਰਕੇ, ਉਹਨਾਂ ਦੀ ਜੀਵਨ ਸ਼ੈਲੀ ਇੱਕ ਹੋਣ ਕਰਕੇ, ਉਹਨਾਂ ਦਾ ਭਾਵਨਾ ਇੱਕ ਹੋਣ ਕਰਕੇ, ਉਹਨਾਂ ਦੀਆਂ ਤਕਲੀਫਾਂ ਇੱਕ ਹੋਣ ਕਰਕੇ
ਇਸ ਜਿਹੜਾ ਕਿਸਾਨ ਸੰਘਰਸ਼ ਹੈ ਇਸ ਨੂੰ ਕਾਮਯਾਬੀ ਮਿਲ ਰਹੀ ਹੈ। ਤੇ ਲੋਕ ਵੈਸੇ ਕਹਿਣ ਦੀਆਂ ਗੱਲਾਂ, ਹੁਣ ਤਾਂ ਤਾਮਿਲਨਾਡੂ, ਮਹਾਰਾਸ਼ਟਰ, ਮੱਧ ਪ੍ਰਦੇਸ਼ ਉੱਧਰ ਵੀ ਕਿਸਾਨ ਇਸ ਚੀਜ਼ ਨੂੰ ਕਰ ਰਹੇ ਹੈ। ਤੇ ਮੈਂ ਤੁਹਾਨੂੰ ਦੱਸਾਂ, ਮੈਨੂੰ ਅੱਜ ਫੋਨ ਵੀ ਸ਼ੋਲਾਪੁਰ ਤੋਂ ਆਏ ਹਨ ਤੇ ਇੱਕ ਕਿਸਾਨ ਤਾਮਿਲਨਾਡੂ ਚੋਂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਤੋਂ ਤੇ ਮੇਰੀ ਭਾਸ਼ਾ ਦਾ ਥੋੜਾ ਅੰਤਰ ਹੋਣ ਕਰਕੇ ਥੋੜਾ ਬਹੁਤ ਬੋਲਣ ਚ ਉਹਨੂੰ ਪ੍ਰੋਬਲਮ ਆਈ ਸੀ। ਪਰ ਕਿਉਂਕਿ ਮੈਂ ਮਦਰਾਸ ਵਿਖੇ ਟ੍ਰੇਨਿੰਗ ਕੀਤੀ ਤਾਂ ਮੈਂ ਉਸਨੂੰ ਤੰਬੀ ਵੜਾਕਮ ਵੜੁਕਮ ਕਹਿ ਕੇ, ਜਿਹਦਾ ਮਤਲਬ ਹੁੰਦਾ ਵੀ ਤੰਬੀ ਵੱਡੇ ਭਰਾ ਤੇ ਵੜਕਮ ਦਾ ਮਤਲਬ ਹੁੰਦਾ ਸਤਿ ਸ੍ਰੀ ਅਕਾਲ, ਵੈਲਕਮ ਕਰਕੇ ਮੈਂ ਉਸਨੂੰ ਤਸੱਲੀ ਦਿੱਤੀ ਵੀ ਕੋਈ ਗੱਲ ਨਹੀਂ, ਪ੍ਰਮਾਤਮਾ ਸੁੱਖ ਰੱਖੂਗਾ, ਸਭ ਠੀਕ ਹੋ ਜਾਏਗਾ। ਬਟ ਉਹ ਜਿੰਨੀ ਕੁ ਬੋਲ ਪਾ ਰਿਹਾ ਸੀ ਉਸਨੇ ਬੋਲ ਦਿੱਤੀ ਸੀ। ਤੇ ਇਹ ਮਤਲਬ ਹਰ ਜਗ੍ਹਾ ਸਮੱਸਿਆਵਾਂ ਤਾਂ ਹੈ ਕਿਸਾਨਾਂ ਦੀਆਂ, ਤੇ ਸਰਕਾਰ ਨੂੰ ਵੈਲਫੇਅਰ ਸਟੇਟ ਹੋਣ ਦੇ ਨਾਤੇ ਇਹ ਜਲਦੀ ਤੋਂ ਜਲਦੀ ਰਿਜ਼ੋਲਵ ਕਰਨਾ ਚਾਹੀਦਾ ਇਸ਼ੂ। ਕਿਸਾਨ ਲੀਡਰਸ਼ਿਪ ਬੜੀ ਹੀ ਸੁਚੱਜੇ ਢੰਗ ਨਾਲ ਇਸ ਨੂੰ ਪੂਰਾ ਚਲਾ ਰਹੀ ਹੈ, ਵਧਾਈ ਦੇ ਪਾਤਰ ਹਨ। ਤੇ ਸਾਡੇ ਬਜ਼ੁਰਗ, ਮਾਤਾ, ਭੈਣਾਂ, ਭਰਾ, ਬੱਚੇ ਜੋ ਉੱਥੇ ਬੈਠੇ ਹਨ, ਛੋਟੇ ਛੋਟੇ ਬੱਚੇ ਵੀ ਉੱਥੇ ਬੈਠੇ ਹਨ 8-7 ਸਾਲਾਂ ਦੇ, ਉਹ ਵੀ ਸਾਰੇ ਸ਼ਾਂਤੀਮਈ ਤਰੀਕੇ ਨਾਲ ਕਰ ਰਹੇ ਹਨ ਤੇ ਉਹਨਾਂ ਦੀ ਦੁੱਖਾਂ ਤਕਲੀਫਾਂ ਨੂੰ ਸਮਝਦੇ ਹੋਏ ਕਿ ਜਲਦੀ ਤੋਂ ਜਲਦੀ ਰਿਜ਼ੋਲਵ ਹੋਣਾ ਚਾਹੀਦਾ ਮੈਟਰ। ਕੋਈ ਖਾਸ ਸੁਨੇਹਾ ਤੁਸੀਂ ਸਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ, ਖਾਸ ਕਰਕੇ ਸਾਡਾ ਭਾਈਚਾਰਾ ਉਹ, ਤੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਇਸ ਵੇਲੇ ਸ਼ਾਮਲ ਹੈ, ਉਹਨਾਂ ਨੂੰ ਤੁਸੀਂ ਮੈਸੇਜ? ਪਹਿਲਾਂ ਤਾਂ ਜੋ ਵਿਦੇਸ਼ਾਂ ਵਿੱਚੋਂ ਕਿਸਾਨ ਅੰਦੋਲਨ ਲਈ ਹੁੰਗਾਰਾ ਮਿਲਿਆ, ਅਸੀਂ ਦੇਖਿਆ ਸਾਰੇ USA ਦੇ ਸ਼ਹਿਰਾਂ 'ਚ, ਜਰਮਨੀ ਦੇ ਸ਼ਹਿਰਾਂ 'ਚ, ਹੋਰ ਵੀ ਦੇਸ਼ਾਂ ਵਿੱਚ, ਜੋ ਕੈਨੇਡਾ ਵਿੱਚ ਜੋ ਰੋਸ਼ ਮੁਜ਼ਾਹਰੇ ਹੋ ਰਹੇ ਹਨ, ਜਾਂ ਕਈ ਵਾਰ 1-2 ਜਗ੍ਹਾ ਤੋਂ ਅੰਬੈਸੀਆਂ ਅੱਗੇ ਵੀ ਉਹ ਗਏ ਹਨ। ਉਹ ਸਾਰਾ ਕੁਛ ਜੋ ਸਾਡਾ ਸਾਥ ਦਿੱਤਾ ਜਾ ਰਿਹਾ ਕਿਸਾਨਾਂ ਦਾ ਤੇ ਕਿਸਾਨ ਸੰਘਰਸ਼ ਨੂੰ ਵਿਦੇਸ਼ਾਂ ਵਿੱਚੋਂ ਜੋ ਹੁੰਗਾਰਾ ਤੇ ਹੁਲਾਰਾ ਮਿਲਿਆ, ਉਸ ਦੇ ਲਈ ਧੰਨਵਾਦ ਕਰਦਾ ਤੇ ਉਮੀਦ ਕਰਦਾ ਵੀ ਸਾਡੀ ਜਿਹੜੀ ਸਮੱਸਿਆ ਹੈ ਇਹ ਸਾਡੀ ਇਕੱਲਿਆਂ ਦੀ ਸਮੱਸਿਆ ਨਹੀਂ ਹੈ। ਕਿਉਂਕਿ ਜਿਹੜੇ ਜਿਵੇਂ ਤੁਸੀਂ ਦੱਸਿਆ ਵੀ ਮੈਂ ਸੁਨਾਮ ਤੋਂ ਹਾਂ, ਤਾਂ ਤੁਹਾਡੇ ਵੀ ਤਾਏ ਚਾਚੇ ਸੁਨਾਮ ਬੈਠੇ ਖੇਤੀ ਕਰ ਰਹੇ ਹੋਣੇ ਹੈ, ਤਾਂ ਇਹ ਇਕੱਲਾ ਸਾਡਾ ਨਹੀਂ ਹੈ, ਇਹ ਤੁਹਾਡਾ ਵੀ ਹੈ। ਖੂਨ ਦਾ ਤੇ ਮਾਸ ਦਾ ਤੇ ਪਰਿਵਾਰ ਦਾ ਤੇ ਜੜ੍ਹਾਂ ਦਾ ਰਿਸ਼ਤਾ ਨਹੀਂ ਟੁੱਟ ਸਕਦਾ। ਇਹੋ ਜਿਹੀ ਚੀਜ਼ਾਂ ਬਾਰੇ ਸੋਚਦੇ ਹੋਏ ਮੈਂ ਵੀ ਆਪਦੇ ਆਪ ਨੂੰ ਅਲੱਗ ਨਹੀਂ ਕਰ ਸਕਿਆ। ਮੈਂ ਵੀ ਕਿਸਾਨੀ ਕਰਦਾ ਰਿਹਾ ਤੇ ਕਰਦਾ ਹਾਂ। ਤੇ ਤੁਸੀਂ ਸੱਚ ਪੁੱਛੋ, ਮੈਂ ਕਿਤੇ ਵੀ ਕਿਸਾਨੀ ਨਾਲੋਂ ਆਪਦੀ ਜੜ੍ਹਾਂ ਨਾਲੋਂ ਟੁੱਟਿਆ ਨਹੀਂ ਸੀ। ਤੇ ਬਸ ਇੰਨੀ ਖੁਸ਼ੀ ਹੈ ਵੀ ਚਲੋ ਮੇਰੇ ਮਾਤਾ ਜੀ ਮੇਰੀ ਗੈਰ ਹਾਜ਼ਰੀ 'ਚ ਕਰਾਉਂਦੇ ਹੈ, ਹੁਣ ਮੇਰਾ ਬੇਟਾ ਮੇਰੇ ਨਾਲ ਉੱਥੇ ਜਾ ਕੇ ਮਿਹਨਤ ਕਰਦਾ, ਤਾਂ ਭਾਵੇਂ ਮੈਂ ਅਹੁਦੇ 'ਚ ਜ਼ਰੂਰ ਹਾਂ ਪਰ ਮੈਂ ਆਪਦੇ ਪਿੰਡ ਜਾ ਕੇ ਖੇਤੀਬਾੜੀ ਕਰਦਾ। ਉੱਧਰੋਂ ਮੇਰੀ ਸਿਸਟਰ ਦੇ ਬੱਚੇ ਵੀ ਪਸ਼ੂ ਪਾਲਣ ਦੇ ਧੰਦੇ ਕਰਦੇ ਹਨ, ਆਪਦੀ ਜ਼ਮੀਨ ਜਾਇਦਾਦ ਦੇਖਦੇ ਹਨ। ਠੀਕ ਹੈ, ਸਾਰਾ ਅਸੀਂ ਆਪਦਾ ਜੜ ਨਹੀਂ ਛੱਡੀ ਹੈ, ਸਾਡੇ ਪਰਿਵਾਰ ਨੇ ਆਪਦਾ ਸਿਸਟਮ ਮੇਨਟੇਨ ਰੱਖਿਆ। ਤਾਂ ਇਹ ਵੱਖਰੀ ਚੀਜ਼ਾਂ ਵੀ, ਦੁਨਿਆਵੀ ਅਹੁਦੇ ਮਿਲ ਜਾਂਦੇ ਆ ਮੈਨੂੰ। ਇੱਧਰ ਪਹਿਲਾਂ ਆਰਮੀ 'ਚ ਨੌਕਰੀ ਮਿਲੀ, ਫਿਰ ਮੈਨੂੰ ਇੱਧਰ ਪੁਲਿਸ 'ਚ ਨੌਕਰੀ ਮਿਲੀ। ਇਹ ਦੁਨਿਆਵੀ ਅਹੁਦੇ ਹੈ, ਪਰ ਜੋ ਮੈਂ ਜਨਮ ਲੈ ਕੇ ਆਇਆ ਉਹ ਇੱਕ ਕਿਸਾਨ ਸੀ, ਔਰ ਜਿਸ ਦਿਨ ਮੈਂ ਦੁਨੀਆ ਤੋਂ ਜਾਊਂਗਾ ਉਸ ਦਿਨ ਵੀ ਕਿਸਾਨ ਹੀ ਹੋਊਂਗਾ। ਤੇ ਉਹ ਜਿਹੜਾ ਵਿਰਸਾ ਹੈ ਕਿਸਾਨੀ ਦਾ, ਜੋ ਮੇਰੇ ਬਾਪ ਤੋਂ ਮੈਨੂੰ ਮਿਲਿਆ, ਮੈਂ ਚਾਹੁੰਦਾ ਸੁਚੱਜੇ ਢੰਗ ਨਾਲ ਤੇ ਉਸ ਨੂੰ ਲਾਹੇਵੰਦ ਰਵੇ, ਅੱਛਾ ਬਣਾ ਕੇ ਮੈਂ ਆਪਦੇ ਬੱਚਿਆਂ ਨੂੰ ਸਪੁਰਦ ਕਰਾਂ। ਉਹੀ ਹਰ ਜੋ ਉੱਥੇ ਬਜ਼ੁਰਗ ਬੈਠਾ ਹੈ, ਜੋ ਉੱਥੇ ਮਾਤਾ ਬੈਠੀ ਹੈ, ਇਹੀ ਮਨਸ਼ਾ ਹੈ ਉਹਨਾਂ ਦੀ ਵੀ ਸਾਡਾ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਸ ਬਾਰੇ ਇਹ ਕਹਿਣ ਵੀ ਸਾਡੇ ਪਿਓ ਦਾਦਿਆਂ ਨੇ ਮਿਹਨਤ ਕੀਤੀ ਸੀ। ਔਰ ਅੱਜ ਉੱਥੇ ਬੈਠ ਕੇ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਉਹ ਕਰੇ। ਤਾਂ ਮੈਂ ਤਾਂ ਵਧਾਈ ਦਿੰਦਾ ਕਿਸਾਨ ਲੀਡਰਸ਼ਿਪ ਨੂੰ ਵੀ, ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਚਲਾਇਆ। ਇੱਕ ਮੈਂ ਬੇਨਤੀ ਮੀਡੀਆ ਨੂੰ ਵੀ ਕਰੂੰਗਾ ਵੀ ਕਿਰਪਾ ਕਰਕੇ ਇਹੋ ਜਿਹੇ ਪ੍ਰਸੰਗ ਜਿਹੜੇ ਨਾਲ ਲਾਉਂਦੇ ਹੈ, ABC ਅਹੁਦੇ ਲਾਉਂਦੇ ਹੈ, ਕੋਈ ਖਾਲਿਸਤਾਨੀ ਕਹਿੰਦਾ ਹੈ ਜਾਂ ਕੋਈ ਨਕਸਲਾਈਟ ਕਹਿੰਦਾ, ਉਹ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਕਰਨ ਤੇ ਕਿਸਾਨਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਸਰਕਾਰ ਨੂੰ ਬੇਨਤੀ ਹੈ ਕਿ ਉਹ ਛੇਤੀ ਇਸ ਮਸਲੇ ਨੂੰ ਹੱਲ ਕਰਨ। ਇਹਨਾਂ ਚੀਜ਼ਾਂ ਵਿੱਚ ਹਾਂਜੀ, ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਸਮਾਂ ਕੱਢਿਆ ਸਾਡੇ ਲਈ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਦੋ ਬਾਹਰੋਂ ਸਪੋਰਟ ਕਰ ਰਹੇ ਹੋ ਤੁਸੀਂ, ਉਹਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ।